ਹੈਲੋ ਸਟੂਡੈਂਟ। ਨੈਕਸਟ ਆਪਾਂ ਕਰਾਂਗੇ ਇਹਦੇ ਵਿੱਚ ਜਿਹੜਾ ਪ੍ਰੋਜੈਕਟਾਈਲ ਮੋਸ਼ਨ 'ਚ ਪੜ੍ਹਦੇ ਸੀ ਆਪਾਂ। ਇਹਦਾ ਜਿਹੜਾ ਟੌਪਿਕ ਹੈ ਉਹ ਹੈਗਾ ਮੈਕਸਿਮਮ ਹਾਈਟ ਅਟੇਨਡ ਬਾਏ ਦਾ ਪ੍ਰੋਜੈਕਟਾਈਲ। ਹੁਣ ਜਦੋਂ ਵੀ ਕਿਸੇ ਪ੍ਰੋਜੈਕਟਾਈਲ ਨੂੰ ਕਿਸੇ ਐਂਗਲ ਤੋਂ ਫਾਇਰ ਕੀਤਾ ਜਾਂਦਾ ਹੈ ਤਾਂ ਇੱਕ ਇਹੋ ਜਿਹਾ ਸਮਾਂ ਆਉਂਦਾ ਹੈ ਜਿੱਥੇ ਜਾ ਕੇ ਜਿਹੜਾ ਪ੍ਰੋਜੈਕਟਾਈਲ ਆ ਉਹ ਆਪਣੀ ਮੈਕਸਿਮਮ ਹਾਈਟ ਅਟੇਨ ਕਰ ਲੈਂਦਾ। ਜਿਵੇਂ ਤੁਹਾਨੂੰ ਇਸ ਡਾਇਗਰਾਮ ਦੇ ਵਿੱਚ ਦਿਖ ਰਿਹਾ ਹੋਵੇਗਾ, ਜਿਹੜਾ A ਅਤੇ B, A ਤੋਂ ਲੈ ਕੇ B ਤੱਕ ਦਾ ਡਿਸਟੈਂਸ ਆ ਉਹ ਇਸ ਪ੍ਰੋਜੈਕਟਾਈਲ ਦੀ ਮੈਕਸਿਮਮ ਹਾਈਟ ਨੂੰ ਰਿਪਰੈਜ਼ੈਂਟ ਕਰਦਾ। ਹੁਣ ਜਿਹੜੀ ਮੈਕਸਿਮਮ ਹਾਈਟ ਆ ਉਹਨੂੰ ਆਪਾਂ ਪ੍ਰੋਜੈਕਟਾਈਲ ਦੀ H ਦੇ ਨਾਲ ਡਿਨੋਟ ਕਰਾਂਗੇ, ਇਸ ਨੂੰ ਫਾਈਂਡ ਕਰਾਂਗੇ। ਹੁਣ ਇਹਦੇ ਵਿੱਚ ਦੇਖੋ ਕਿ ਜਿਹੜਾ ਇਹਦੀ ਮੈਕਸਿਮਮ ਹਾਈਟ ਆ ਰਹੀ ਆ ਇਸ ਪ੍ਰੋਜੈਕਟਾਈਲ ਦੀ, ਉਹ ਅਲੋਂਗ ਵਾਈ ਐਕਸਿਸ ਆ ਰਹੀ ਹੈ। ਸੋ ਇੱਕ ਤਰ੍ਹਾਂ ਦਾ ਇਹ ਡਿਸਟੈਂਸ ਕਵਰ ਕਰ ਰਿਹਾ ਹੈ। ਤਾਂ ਆਪਾਂ ਇੱਕ ਇੱਥੇ ਲਾਈਨ ਲਿਖਾਂਗੇ ਕਿ ਡਿਸਟੈਂਸ ਕਵਰਡ ਬਾਏ projectile in time t along y axis। ਸੋ ਪਹਿਲਾਂ ਤਾਂ ਆਹ ਡੈਫੀਨੇਸ਼ਨ ਹੈ ਇਹਦੀ ਮੈਕਸਿਮਮ ਹਾਈਟ ਦੀ ਕੀ ਹੁੰਦੀ ਹੈ। ਉਸ ਤੋਂ ਬਾਅਦ ਆਪਾਂ ਆਹ ਡਿਸਟੈਂਸ ਵਾਲੀ ਲਾਈਨ ਲਿਖੀ। ਨੈਕਸਟ ਆਪਾਂ ਜਿਹੜਾ ਸਟੈਪ ਆਏਗਾ ਮੈਕਸਿਮਮ ਹਾਈਟ ਫਾਈਂਡ ਕਰਨ ਵਾਸਤੇ, ਉਰੇ ਆਪਾਂ ਸੈਕੰਡ ਇਕੁਏਸ਼ਨ ਆਫ ਮੋਸ਼ਨ ਯੂਜ਼ ਕਰਾਂਗੇ। ਹੁਣ ਆਪਾਂ ਨੇ ਦੇਖਿਆ ਕਿ ਜਿਹੜਾ ਹਾਈਟ ਸੀ ਉਹ ਅਲੋਂਗ ਵਾਈ ਐਕਸਿਸ ਸੀ। ਸੋ y is equal to UYT plus half AYT square। ਇਹ ਤੋਂ ਬਾਅਦ ਇਹਦੇ ਵਿੱਚ ਤੁਸੀਂ ਨੋਟ ਕਰਨਾ ਹੈ ਕਿ ਜਿਹੜਾ ਆਪਣੇ ਟਾਈਮ ਲੈਣਾ t, ਉਹ t ਹਾਫ ਲੈਣਾ। t ਹਾਫ ਕਾਹਤੇ ਲਿਆ? ਕਿਉਂਕਿ ਆਹ ਦੇਖੋ O ਤੋਂ ਲੈ ਕੇ A ਤੱਕ ਦਾ ਜਿਹੜਾ ਡਿਸਟੈਂਸ ਆ, ਤੇ A ਤੋਂ ਲੈ ਕੇ B ਇੱਥੇ ਲੈ ਲਓ, ਇਹਨੂੰ ਕਹਿ ਲਓ ਆਪਾਂ, ਇਹਨੂੰ ਸੌਰੀ x ਕਹਿ ਲਓ, ਆਹ ਜਾਂ ਇਹਨੂੰ ਕਹਿ ਲਓ ਆਪਾਂ P ਕਹਿ ਲਓ। A ਤੋਂ ਲੈ ਕੇ P ਤੱਕ ਦਾ, ਇੱਥੇ ਤੱਕ ਦਾ ਜਿਹੜਾ ਟਾਈਮ ਆ ਉਹ ਸੇਮ ਆ। ਜਿਹੜਾ ਟੋਟਲ ਟਾਈਮ ਆ O ਤੋਂ ਲੈ ਕੇ P ਤੱਕ ਦਾ ਉਹ T ਆ, ਤੇ O ਤੋਂ ਲੈ ਕੇ A ਅਤੇ A ਤੋਂ ਲੈ ਕੇ P, ਇਹਦਾ ਜਿਹੜਾ ਟਾਈਮ ਆ ਉਹ ਕੀ ਹੁੰਦਾ? ਹਾਫ। ਆਪਾਂ ਪਿਛਲੇ ਟੌਪਿਕ ਦੇ ਵਿੱਚ ਜਿਹਦੇ ਵਿੱਚ ਆਪਾਂ ਟਾਈਮ ਆਫ ਲਾਈਟ ਪੜ੍ਹਿਆ ਸੀ, ਇਹਦੇ ਵਿੱਚ ਇਹ ਟਾਈਮ ਆਫ ਏਸੈਂਟ ਦੀ ਗੱਲ ਕੀਤੀ ਸੀ ਤੇ ਟਾਈਮ ਆਫ ਡੀਸੈਂਟ ਦੀ ਗੱਲ ਕੀਤੀ ਸੀ। ਉਹਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ ਜੇ ਤੁਹਾਨੂੰ ਆਹ ਟਾਈਮ ਟੀ ਹਾਫ ਕਾਤੇ ਲਿਆ ਨਹੀਂ ਪਤਾ ਲੱਗਿਆ। ਸੋ ਟਾਈਮ ਆਪਾਂ ਇੱਥੇ ਲਵਾਂਗੇ ਪਹਿਲਾਂ ਕੈਪੀਟਲ ਟੀ ਹਾਫ। ਇਹ ਟੀ ਹੁੰਦਾ ਸੀ ਆਪਣਾ ਟਾਈਮ ਆਫ ਲਾਈਟ, ਇਹਦੀ ਵੈਲਿਊ ਸੀ 2u ਸਾਈਨ ਥੀਟਾ ਅਪੋਨ ਜੀ ਅਪੋਨ 2। ਇਹਦੇ ਨਾਲ 2 ਕੈਂਸਲ ਹੋ ਗਿਆ ਤਾਂ ਕੀ ਆ ਗਿਆ? u ਸਾਈਨ ਥੀਟਾ ਅਪੋਨ ਜੀ। ਇਹ ਆਪਾਂ ਟਾਈਮ ਲਵਾਂਗੇ ਇਸ ਇਕੁਏਸ਼ਨ ਦੇ ਵਿੱਚ। ਹੁਣ ਦੇਖੋ ਬਈ y ਦੀ ਵੈਲਿਊ ਕੀ ਲਿਖਾਂਗੇ ਆਪਾਂ? h, ਮੈਕਸਿਮਮ ਹਾਈਟ ਫਾਈਂਡ ਕਰਨੀ ਆਪਾਂ ਨੇ। ਹੁਣ uy ਕੀ ਸੀ ਆਪਣਾ? u ਸਾਈਨ ਥੀਟਾ, ਕਿਉਂਕਿ ਅਲੋਂਗ y ਐਕਸਿਸ ਜਿਹੜਾ ਵੈਲੋਸਿਟੀ ਵੈਕਟਰ ਆ ਉਹਦਾ ਜਿਹੜਾ y ਕੰਪੋਨੈਂਟ ਹੁੰਦਾ ਉਹ u ਸਾਈਨ ਥੀਟਾ ਸੀ, ਤੇ t ਦੀ ਵੈਲਿਊ ਪੁੱਟ ਕੀਤੀ u ਸਾਈਨ ਥੀਟਾ ਅਪੋਨ g ਪਲੱਸ ਹਾਫ। ਹੁਣ ਇੱਥੇ ਆਪਾਂ ਨੇ ਸਾਈਨ ਕਨਵੈਨਸ਼ਨ ਯੂਜ਼ ਕਰਨਾ ਹੈ, ਤੇ ਇੱਕ ਗੱਲ ਯਾਦ ਰੱਖਣੀ ਹੈ ਕਿ ਜੇਕਰ ਕੋਈ ਆਬਜੈਕਟ ਉੱਪਰੋਂ ਥੱਲੋਂ ਉੱਪਰ ਨੂੰ ਜਾ ਰਿਹਾ ਹੋਵੇ ਤਾਂ ਉਹਦੇ ਵਿੱਚ ਆਪਾਂ ਨੇ ਜਿਹੜੀ ਜੀ ਆ ਉਹ ਹਮੇਸ਼ਾ ਆਪਾਂ ਨੇ ਨੈਗੇਟਿਵ ਲੈਣੀ। ਸੋ ਇੱਥੇ ਮੈਂ ਜਿਹੜਾ AY ਆ ਉਹਦੀ ਜਗ੍ਹਾ ਕੀ ਲਿਖਾਂਗਾ? -G। ਟਾਈਮ ਆਪਾਂ ਨੇ ਪਤਾ ਹੁਣੇ ਫਾਈਂਡ ਕੀਤਾ ਹੈ, u ਸਾਈਨ ਥੀਟਾ ਅਪੋਨ g ਦਾ ਹੋਲ ਸਕੁਅਰ। ਆਫਟਰ ਸੋਲਵਿੰਗ ਇਹਨੂੰ ਕਰਾਂਗੇ ਸੋਲਵ ਤਾਂ ਕੀ ਆ ਗਿਆ? u ਸਕੁਅਰ ਸਾਈਨ ਸਕੁਅਰ ਥੀਟਾ ਅਪੋਨ g ਮਾਈਨਸ ਹਾਫ u ਸਕੁਅਰ ਸਾਈਨ ਸਕੁਅਰ ਥੀਟਾ ਅਪੋਨ g। ਇੱਕ ਜੀ ਨਾਲ ਜੀ ਕੈਂਸਲ ਹੋ ਜਾਏਗਾ। ਸੋ ਇਹਨੂੰ ਆਫਟਰ more simplifying we get h is equal to u square sine square theta upon
ये एलसीएम लैके जो आप सॉल्व करांगे तो लास्ट दे विच अपने कोल आह इक्वेशन बनेगी, ये की होगी अपनी मैक्सिमम हाइट अटेन बाय द प्रोजेक्टाइल। सो ये सी अपना 4th पॉइंट उस टॉपिक का। नैक्सट आ जाता अपना जिहड़ा इहदे विच लास्ट टॉपिक आ इस प्रोजेक्टाइल का, वो हैगा हॉरिजोंटल रेंज। हॉरिजोंटल रेंज की पहला तो डेफिनेशन क्लीयर करते हैं। देखो एक तरह का डिस्टेंस होंदा है, मैं आपां डायग्राम बनाई है, ਜਿਹੜਾ ਪ੍ਰੋਜੈਕਟਾਈਲ ਨੂੰ ਆਪਾਂ ਨੇ ਵੈਨ ਪ੍ਰੋਜੈਕਟਾਈਲ ਇਜ਼ ਫਾਇਰਡ ਫਰੋਮ ਐਨ ਐਂਗਲ ਲੈਟਸ ਸੇ ਥੀਟਾ ਤੇ ਆਪਾਂ ਨੇ ਇਹਨੂੰ ਫਾਇਰ ਕੀਤਾ ਸੀ ਤੇ ਕਿ ਆਪਣੀ ਪਾਥ ਕਵਰ ਕਰਨ ਤੋਂ ਬਾਅਦ ਇੱਕ ਪੁਆਇੰਟ ਤੇ ਜਾ ਕੇ ਟਕਰਾਇਆ, ਮੰਨ ਲਓ ਪੀ ਪੁਆਇੰਟ ਤੇ ਤੱਕ ਆਇਆ, ਤਾਂ ਜਿੰਨਾ ਇਹਨੇ ਹੌਰੀਜ਼ੌਂਟਲੀ ਡਿਸਟੈਂਸ ਕਵਰ ਕੀਤਾ ਉਸ ਨੂੰ ਆਪਾਂ ਕੀ ਕਿਹਾ ਜਾਂਦਾ, ਉਹਨੂੰ ਕਹਿੰਦੇ ਆਪਾਂ ਹੌਰੀਜ਼ੌਂਟਲ ਰੇਂਜ, ਜਿਹਨੂੰ ਆਪਾਂ ਕੈਪੀਟਲ ਆਰ ਦੇ ਨਾਲ रिप्रजेंट करते। हुण इहनूं आपां ने फाइंड करना है। पहला तो डेफिनेशन आ लिखी हुई है, एक बार तुसीं देख लिओ। तो तुहानूं पता है कि डिस्टेंस फाइंड करने वास्ते आपां इत्थे फार्मूला लावांगे सिंपल स्पीड दा। स्पीड दा फार्मूला हुंदा है स्पीड इज इक्वल टू डिस्टेंस अपॉन टाइम। हुण जिहड़ी स्पीड आ वो हैगी अपनी यूएक्स, जिहड़ा वेलोसिटी वैक्टर लिया सी आपां ने along एक्स एक्सिस ਉਹ ਸੀ यूएक्स, ਉਹਦੀ ਵੈਲਿਊ ਆਪਾਂ ਨੇ ਫਾਈਂਡ ਕੀਤੀ ਸੀ यूएक्स ਦੀ, ਕੀ ਸੀ ਵੀ ਉਹ ਹੁੰਦੀ ਸੀ ਆਪਣੀ u cos ਥੀਟਾ। ਹੁਣ ਇਹਦੇ ਵਿੱਚ ਆਪਾਂ ਜਿਹੜਾ यूएक्स ਆ ਉਹਨੂੰ ਆਪਾਂ ਕੀ ਪੁੱਟ ਕਰ ਦਾਂਗੇ cos u cos ਥੀਟਾ ਪੁੱਟ ਕਰ ਦਾਂਗੇ। ਤਾਂ ਦੇਖੋ ਵੀ ਤਾਂ ਸਪੀਡ ਤਾਂ ਆ ਗਈ ਆਪਣੇ ਕੋਲ u cos ਥੀਟਾ, डिस्टेंस ਤੁਹਾਨੂੰ मैं दस्सिया r ਲੈਣਾ ਆਪਾਂ ਨੇ, है ना, ਤੇ ਟਾਈਮ ਲੱਗ ਰਿਹਾ ਉਹਨੂੰ ਟੋਟਲ t ਕੈਪੀਟਲ T। ਸੋ ਇੱਥੋਂ r ਜਿਹੜਾ ਆਇਆ ਆਪਣਾ r ਦੀ ਵੈਲਿਊ ਹੌਰੀਜ਼ੌਂਟਲ ਰੇਂਜ ਦੀ ਉਹ ਆਈ u cos ਥੀਟਾ ਇਨਟੂ t। ਹੁਣ t ਸੀ ਆਪਣਾ ਟਾਈਮ ਆਫ ਲਾਈਟ, ਇਹਦੀ ਵੈਲਿਊ ਆਪਾਂ ਪੁੱਟ ਕਰਾਂਗੇ। ਜਦੋਂ ਇਹਦੀ ਵੈਲਿਊ ਪੁੱਟ ਕਰਾਂਗੇ ਤਾਂ ਦੇਖੋ ਵੀ r ਇਜ਼ ਇਕੁਅਲ ਟੂ u cos theta into 2u sin theta upon g, टाइम ऑफ लाइट की वैल्यू सी। इतों देखो भी u स्क्वायर किहदे बराबर आ गया 2 sin theta into cos theta upon g। हुण तुसीं आ फार्मूला मैथ दे विच पढ़ोगे, ट्रिग्नोमैट्री दे विच ये पढ़िया भी होना तुसीं कि साइन 2 थीटा ਜਿਹੜਾ ਹੁੰਦਾ ਹੈ ਉਹ ਕਿਹਦੇ ਇਕੁਅਲ ਹੁੰਦਾ ਹੈ 2 sin ਥੀਟਾ ਇਨਟੂ cos ਥੀਟਾ ਦੇ। ਸੋ ਇਹਦੀ ਜਗ੍ਹਾ ਆਪਾਂ ਕੀ ਪੁੱਟ ਕਰਾਂਗੇ u ਸਕੁਅਰ 2 sin 2 ਥੀਟਾ ਅਪੋਨ g। ਇਹ ਆਪਣੀ ਵੈਲਿਊ ਆ ਗਈ ਹੌਰੀਜ਼ੌਂਟਲ ਰੇਂਜ। ਨੈਕਸਟ ਆ ਜਾਂਦਾ ਆਪਣੇ ਦੇ ਵਿੱਚ ਕਿ ਆਪਾਂ ਕਿਸ ਐਂਗਲ ਤੇ ਉਸ ਪ੍ਰੋਜੈਕਟਾਈਲ ਨੂੰ ਫਾਇਰ ਕਰੀਏ ਤਾਂ ਕਿ ਆਪਾਂ ਨੂੰ ਕੋਲ ਮੈਕਸਿਮਮ ਰੇਂਜ ਮਿਲ ਸਕੇ। ਤਾਂ ਦੇਖੋ ਇਹਦੇ ਵਿੱਚ ਆਪਾਂ ਨੇ ਪਹਿਲਾਂ ਤਾਂ ਜਿਹੜਾ ਰੇਂਜ ਦਾ ਫਾਰਮੂਲਾ ਫਾਈਂਡ ਕੀਤਾ ਸੀ ਉਹ ਸੀ r ਇਜ਼ ਇਕੁਅਲ ਟੂ u ਸਕੁਅਰ ਸਾਈਨ 2 ਥੀਟਾ ਅਪੋਨ g। ਹੁਣ ਦੇਖੋ ਇਹਦੇ ਵਿੱਚ ਸਾਈਨ ਫੰਕਸ਼ਨ ਆ ਰਿਹਾ ਹੈ। ਹੁਣ ਸਾਈਨ ਦੀ ਜਿਹੜੀ ਮੈਕਸਿਮਮ ਵੈਲਿਊ ਆ ਉਹ ਆਪਾਂ ਨੂੰ ਪਤਾ ਹੈ ਕੀ ਹੁੰਦੀ ਆ 1 ਹੁੰਦੀ ਆ। ਸੋ ਮੈਂ ਕੀ ਕਰਾਂਗਾ ਜਿਹੜਾ ਇੱਥੇ ਸਾਈਨ 2 ਥੀਟਾ ਹੈ ਉਹਨੂੰ ਮੈਂ 1 ਦੇ ਇਕੁਅਲ ਰੱਖ ਲਾਂਗਾ। ਹੁਣ ਸਾਈਨ 1 ਕਦੋਂ ਹੁੰਦਾ ਜਦੋਂ ਸਾਈਨ ਥੀਟਾ ਦੀ ਵੈਲਿਊ, ਜਦੋਂ ਥੀਟਾ ਦੀ ਵੈਲਿਊ ਕੀ ਹੋਵੇ 90 ਹੋਵੇ, ਤਾਂ 1 ਦੀ ਜਗ੍ਹਾ ਆਪਾਂ ਕੀ ਲਿਖਾਂਗੇ ਸਾਈਨ 90 ਡਿਗਰੀ। ਹੁਣ ਦੇਖੋ ਦੋਨੋਂ ਸਾਈਡਾਂ ਦੇ ਸਾਈਨ ਸੇਮ ਆ, ਉਹ ਕੈਂਸਲ ਹੋ ਗਿਆ, ਤਾਂ 2 ਥੀਟਾ ਆ ਗਿਆ ਆਪਣਾ 90 ਡਿਗਰੀ ਤੇ ਥੀਟਾ ਆ ਗਿਆ ਆਪਣਾ 45 ਡਿਗਰੀ। ਇਹ ਉਹ ਐਂਗਲ ਆ ਜੇਕਰ ਆਪਾਂ ਇਸ ਐਂਗਲ ਤੇ ਪ੍ਰੋਜੈਕਟਾਈਲ ਨੂੰ ਫਾਇਰ ਕਰਾਂਗੇ ਤਾਂ ਆਪਣੇ ਕੋਲ ਮੈਕਸਿਮਮ ਰੇਂਜ ਮਿਲੇਗੀ। ਸੋ ਹੁਣ ਮੈਕਸਿਮਮ ਰੇਂਜ ਨੂੰ ਆਪਾਂ ਫਾਈਂਡ ਕਰਨ ਵਾਸਤੇ ਕਿ ਕਿੰਨੀ ਹੋਵੇਗੀ ਮੈਕਸਿਮਮ ਹੌਰੀਜ਼ੌਂਟਲ ਰੇਂਜ ਨੂੰ ਆਪਾਂ ਕਿਵੇਂ ਫਾਈਂਡ ਕਰਾਂਗੇ। ਜਿਹੜਾ ਆਪਣਾ ਫਾਰਮੂਲਾ ਸੀ ਆਰ ਵਾਲਾ ਉਹਦੇ ਵਿੱਚ ਜੇਕਰ ਅਪੋਨ ਜੀ
ਇਹਦੇ ਵਿੱਚ ਜੇ ਮੈਂ ਥੀਟੇ ਨੂੰ 45 ਪੁੱਟ ਕਰ ਦੇਵਾਂ ਤਾਂ ਦੇਖੋ ਜੇ ਥੀਟੇ ਨੂੰ 45 ਪੁੱਟ ਕੀਤਾ ਤਾਂ ਆਰ ਦੀ ਵੈਲਿਊ ਕੀ ਆ ਜੂਗੀ, ਆਰ ਮੈਕਸਿਮਮ ਲਿਖਾਂਗੇ ਆਪਾਂ ਇੱਥੇ ਯੂ ਸਕੁਅਰ ਅਪੋਨ ਜੀ, ਇਹ ਆਏਗੀ ਆਪਣੀ ਕੋਲ ਮੈਕਸਿਮਮ ਹੌਰੀਜ਼ੌਂਟਲ। ਲਾਸਟ ਟॉपिक आ जाता अपना हॉरिजॉन्टल रेंज इज सेम फॉर द एंगल ऑफ प्रोजेक्शन थीटा एंड 90 माइनस थीटा। ਇਹਦਾ ਮਤਲਬ ਕੀ ਹੈ ਕਿ ਜੇ ਆਪਾਂ ਕੋਈ ਪ੍ਰੋਜੈਕਟਾਈਲ ਨੂੰ ਫਾਇਰ ਕੀਤਾ ਐਂਗਲ ਥੀਟਾ ਤੇ ਜਾਂ 90 ਮਾਈਨਸ ਥੀਟਾ ਤੇ ਤਾਂ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਕਿ ਜਿਹੜਾ ਉਹ ਪ੍ਰੋਜੈਕਟਾਈਲ ਆ ਉਹ ਸੇਮ ਹੀ ਰੇਂਜ ਦੇਖਣ ਨੂੰ ਮਿਲੂਗੀ, ਚਾਹੇ ਉਹ ਥੀਟਾ ਹੈ ਚਾਹੇ ਉਹ 90 ਮਾਈਨਸ ਥੀਟਾ ਐਂਗਲ ਤੇ ਪ੍ਰੋਜੈਕਟ ਕੀਤਾ ਹੋਵੇ। ਸਿੰਪਲੀ ਜੇ ਆਪਾਂ ਇਹਦੀ ਐਵਰੀਡੇ ਲਾਈਫ 'ਚ ਐਗਜ਼ਾਮਪਲ ਸਮਝਣੀ ਹੋਵੇ, ਜਿਵੇਂ ਕੋਈ ਬੈਟਸਮੈਨ 6 ਲਗਾ ਰਿਹਾ, ਇੱਕ ਤਾਂ ਉਹਨੇ 6 ਲਾਇਆ, ਜਿਵੇਂ ਸ਼ਾਟ ਪਲੇ ਕੀਤਾ, ਉਹਨੇ ਮੈਕਸੀਮਮ ਹਾਈਟ ਗੇਨ ਕੀਤੀ ਤੇ ਉਹ ਬਾਹਰ ਜਿੱਥੇ ਸਟੈਂਡ ਹੁੰਦਾ ਉੱਥੇ ਪਹੁੰਚਿਆ। ਇੱਕ ਉਹਨੇ ਸ਼ਾਟ ਮਾਰਿਆ 6, ਪਰ ਉਹ ਜਿਹੜਾ ਸ਼ਾਟ ਮਾਰਿਆ ਸੀ ਉਹਨੇ ਉਸ ਬਾਲ ਨੇ ਇੰਨੀ ਹਾਈਟ ਗੇਨ ਨਹੀਂ ਕੀਤੀ ਤੇ ਉਹ ਵੀ ਸਟੈਂਡ ਤੇ ਜਾ ਕੇ ਪਹੁੰਚ ਗਈ, ਉੱਥੇ ਹੀ ਪਹੁੰਚੀ ਜਿੱਥੇ ਪਹਿਲੀ ਬਾਲ ਗਈ ਸੀ। ਹੁਣ ਇਹਨਾਂ ਦੋਨਾਂ ਦੀ ਜਿਹੜੀ ਰੇਂਜ ਆ ਆਹ ਵਾਲੀ ਉਹ ਕਿੰਨੀ ਹੋਵੇਗੀ, ਕਿ ਉਹ ਸੇਮ ਹੋਵੇਗੀ ਕਿ ਨਹੀਂ, ਉਹ ਆਪਾਂ ਤੁਹਾਨੂੰ ਪ੍ਰੂਵ ਕਰਕੇ ਦਿਖਾਵਾਂਗੇ। ਤਾਂ ਦੇਖੋ ਇਹਦੇ ਵਿੱਚ ਕਿਵੇਂ ਕਰਨਾ ਆਪਾਂ ਨੇ, ਆਹ ਡਾਇਗਰਾਮ ਬਣਾਈ ਹੋਈ ਹੈ ਮੈਂ। ਸੋ ਦੇਖੋ ਪਹਿਲਾਂ ਮੈਂ ਕੀਤਾ ਫਾਰ ਐਂਗਲ ਆਫ ਪ੍ਰੋਜੈਕਸ਼ਨ, ਜੇ ਮੈਂ ਥੀਟੇ ਨਾਲ ਉਸ ਪ੍ਰੋਜੈਕਟਾਈਲ ਨੂੰ ਫਾਇਰ ਕਰਨਾ ਹੈ ਤਾਂ ਆਪਾਂ ਨੇ ਉਹਦੀ ਪੜ੍ਹੀ ਹੋਈ ਹੈ ਜਿਹੜੀ ਰੇਂਜ ਆ ਜਾਂਦੀ ਆ ਹੌਰੀਜ਼ੌਂਟਲ, ਉਹ ਅਸੀਂ ਯੂ ਸਕੁਅਰ ਸਾਈਨ 2 ਥੀਟਾ ਅਪੋਨ ਜੀ। ਹੁਣ ਮੈਂ ਲੈਟ ਕਰ ਲਿਆ ਕਿ ਲੈਟ ਆਰ ਡੈਸ਼ ਬੀ ਹੌਰੀਜ਼ੌਂਟਲ ਰੇਂਜ ਆ ਤੇ ਇਹਦੇ ਵਾਸਤੇ ਆਪਾਂ ਫਾਰ ਐਂਗਲ ਲਾਵਾਂਗੇ ਐਂਗਲ ਆਫ ਪ੍ਰੋਜੈਕਸ਼ਨ 90 ਮਾਈਨਸ ਥੀਟਾ। ਦੈਨ ਫਾਰਮੂਲਾ ਕੀ ਹੋਊਗਾ ਆਪਣਾ, ਆਰ ਡੈਸ਼ ਇਜ਼ ਇਕੁਅਲ ਟੂ ਯੂ ਸਕੁਅਰ ਸਾਈਨ 2 ਥੀਟਾ ਆ ਗਿਆ ਆਪਣਾ 90 ਮਾਈਨਸ ਥੀਟਾ ਅਪੋਨ ਜੀ। ਤਾਂ ਜਿਹੜਾ 2 ਆ ਉਹਨੂੰ ਆਪਾਂ ਅੰਦਰ ਮਲਟੀਪਲਾਈ ਕਰਾਂਗੇ ਤਾਂ ਆ ਜਾਏਗਾ ਯੂ ਸਕੁਅਰ ਸਾਈਨ 180 ਡਿਗਰੀ ਮਾਈਨਸ 2 ਥੀਟਾ ਅਪੋਨ ਜੀ। ਹੁਣ ਇੱਕ ਗੱਲ ਯਾਦ ਰੱਖਣੀ ਹੈ, ਇਸ ਤੁਸੀਂ ਟ੍ਰਿਗਨੋਮੈਟਰੀ ਜਿਹੜੀ ਪੜ੍ਹੋਗੇ ਮੈਥ ਦੇ ਵਿੱਚ, ਉਹਦਾ ਫਾਰਮੂਲਾ ਹੈ ਸਾਈਨ 180 ਡਿਗਰੀ ਮਾਈਨਸ 2 ਥੀਟਾ, ਜਾਂ ਥੀਟਾ ਹੋਵੇ ਤਾਂ ਉਹ ਕਿੰਨਾ ਹੋਊਗਾ, ਜਿੰਨਾ ਜਿਹੜਾ ਐਂਗਲ ਦਿੱਤਾ ਹੋਵੇਗਾ ਉਨਾ ਹੀ ਐਂਗਲ ਆਪਣਾ ਮਿਲੇਗਾ। ਤਾਂ ਸਾਈਨ 180 ਡਿਗਰੀ ਮਾਈਨਸ 2 ਥੀਟਾ ਇਜ਼ ਇਕੁਅਲ ਟੂ ਸਾਈਨ 2 ਥੀਟਾ, ਇਹ ਯਾਦ ਰੱਖਣਾ ਫਾਰਮੂਲਾ ਹੈ। ਸੋ ਜਿਹੜਾ ਇਹਦੀ ਵੈਲਿਊ ਆਪਾਂ ਕੀ ਲਿਖ ਸਕਾਂਗੇ, ਯੂ ਸਕੁਅਰ ਸਾਈਨ 2 ਥੀਟਾ ਅਪੋਨ ਜੀ। ਦੇਖੋ ਆਰ ਡੈਸ਼ ਤੇ ਜਿਹੜਾ ਆਪਾਂ ਪਹਿਲਾਂ ਕੀਤਾ ਸੀ ਆਰ, ਆਹ ਵਾ, ਇਹਨਾਂ ਦੀ ਵੈਲਿਊ ਕੀ ਆ ਗਈ, ਸੇਮ ਆ ਗਈ। ਸੋ ਜਿਹੜੀ ਹੌਰੀਜ਼ੌਂਟਲ ਰੇਂਜ ਆ ਉਹ ਸੇਮ ਹੁੰਦੀ ਆ, ਚਾਹੇ ਆਪਾਂ ਐਂਗਲ ਆਫ ਪ੍ਰੋਜੈਕਸ਼ਨ ਥੀਟਾ ਲਈਏ ਜਾਂ ਆਪਾਂ ਥੀਟਾ ਮਾਈਨਸ 90 ਮਾਈਨਸ ਥੀਟਾ ਲਈਏ। ਸੋ ਇਹ ਸੀ ਆਪਣਾ ਪ੍ਰੋਜੈਕਟਾਈਲ ਦਾ ਹੋਲ ਟੌਪਿਕ। ਆਈ ਹੋਪ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝੋਗੇ। ਜੇ ਨਹੀਂ ਪਤਾ ਲੱਗਿਆ ਤਾਂ ਇੱਕ ਵਾਰ ਰਿਵਾਈਜ਼ ਕਰੋ। ਓਕੇ, ਥੈਂਕਸ।